ਸੁਪਰੀਮ ਕੋਰਟ ਵਿੱਚ ਉਹੀ ਹੋਇਆ ਜਿਸ ਦਾ ਡਰ ਕਿਸਾਨ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਜਤਾ ਰਹੀਆਂ ਸਨ। ਪਹਿਲੇ ਦਿਨ ਕੇਂਦਰ ਸਰਕਾਰ ਨੂੰ ਮਿੱਠੀਆਂ ਝਿੜਕਾਂ ਤੇ ਅਗਲੇ ਹੀ ਦਿਨ ਕੋਰਟ ਨੇ 4 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਕਰ ਸੰਘਰਸ਼ੀਲ ਕਿਸਾਨਾਂ ਦੇ ਸਾਹਮਣੇ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਹਰ ਕੋਈ ਹੈਰਾਨ ਹੈ ਕਿ ਸੁਪਰੀਮ ਕੋਰਟ ਵੱਲੋਂ ਮਸਲੇ ਦੇ ਨਿਬੇੜੇ ਲਈ ਜੋ ਕਮੇਟੀ ਬਣਾਈ ਗਈ ਹੈ ਉਹ ਚਾਰੇ ਮੈਂਬਰ ਇਹਨਾਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਹਨ। ਹਰ ਵਾਰ ਕਾਨੂੰਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਲਿਖਦੇ ਰਹੇ ਹਨ। ਅਸ਼ੋਕ ਗੁਲਾਟੀ ਵਰਗਿਆਂ ਨੂੰ ਤਾਂ ਇਹਨਾਂ ਕਾਨੂੰਨਾਂ ਦਾ ਜਨਮਦਾਤਾ ਤੱਕ ਕਰਾਰ ਦਿੱਤਾ ਜਾ ਰਿਹਾ ਹੈ। ਪਹਿਲਾਂ ਜਾਣੋ ਕੌਣ ਹਨ ਇਹ ਸਾਰੇ ਮੈਂਬਰ। ਸੁਪਰੀਮ ਕੋਰਟ ਵੱਲੋਂ ਬਣਾਈ ਇਸ ਕਮੇਟੀ ਵਿੱਚ ਅਸ਼ੋਕ ਗੁਲਾਟੀ, ਭੁਪਿੰਦਰ ਸਿੰਘ ਮਾਨ, ਅਨਿਲ ਗਨਵਤ ਤੇ ਪ੍ਰਮੋਦ ਕੁਮਾਰ ਜੋਸ਼ੀ ਦਾ ਨਾਮ ਹੈ। ਇਹ ਚਾਰੇ ਕੌਣ ਹਨ ਅਤੇ ਕਿਵੇਂ ਇਹਨਾਂ ਕਾਨੂੰਨਾਂ ਦੀ ਖੁੱਲ੍ਹ ਕੇ ਹਮਾਇਤ ਕਰਦੇ ਹਨ, ਇਹਨਾਂ ਦੇ ਵਿਚਾਰ ਕੀ ਹਨ, ਇਹ ਸਭ ਕੁਝ ਜਾਣਾਂਗੇ। ਪਰ ਸਭ ਤੋਂ ਪਹਿਲਾਂ ਜਰਾ ਅਸ਼ੋਕ ਗੁਲਾਟੀ ਦਾ ਜ਼ਿਕਰ ਕਰ ਲਈਏ। ਜਨਾਬ ਦੇ ਵਿਚਾਰ ਹਨ ਕਿ ਇਹਨਾਂ ਕਾਨੂੰਨਾਂ ਦਾ ਮਕਸਦ ਕਿਸਾਨੀ ਲਈ ਫਸਲ ਦੇ ਵੇਚਣ, ਖਰੀਦਣ ਅਤੇ ਸਟੋਰ ਕਰਨ ਦੇ ਲਈ ਬਹੁਤ ਸਾਰੇ ਰਾਹ ਖੋਲ੍ਹਣਾ ਹੈ, ਜਿਸ ਵਿੱਚ ਐਗਰੀਕਲਚਰ ਮਾਰਕੀਟਿੰਗ 'ਚ ਇਜ਼ਾਫਾ ਹੋਵੇਗਾ। ਦੂਜਾ ਨਾਮ ਹੈ ਭੁਪਿੰਦਰ ਸਿੰਘ ਮਾਨ। ਇਹ ਕਿਸਾਨ ਆਗੂ ਹਨ, ਰਾਜ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਪਿਛਲੇ ਦਿਨੀ ਬਕਾਇਦਾ ਕੇਂਦਰੀ ਖੇਤੀ ਮੰਤਰੀ ਨੂੰ ਲਿਖ ਕੇ ਦੇ ਚੁੱਕੇ ਹਨ ਕਿ ਤੁਹਾਡੇ ਕਾਨੂੰਨ ਬਹੁਤ ਵਧੀਆ ਹਨ, ਵਿਰੋਧ ਕਰਨ ਵਾਲੇ ਕੁਝ ਹੀ ਤੱਤ ਹਨ। ਭੁਪਿੰਦਰ ਸਿੰਘ ਮਾਨ BKU ਦੀ ਇੱਕ ਵੱਖ ਹੋਈ ਯੂਨਿਟ ਦਾ ਰਾਸ਼ਟਰੀ ਪ੍ਰਧਾਨ ਹੈ, ਜਿਸ ਨੂੰ BKU ਮਾਨ ਕਿਹਾ ਜਾਂਦਾ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ੍ਹਾ ਸਮਰਥਕ ਹੈ ਅਤੇ BKU ਦਾ ਉਸ ਦਾ ਧੜਾ ਚੋਣਾਂ ਦੌਰਾਨ ਉਹਨਾਂ ਨੂੰ ਹਮੇਸ਼ਾ ਸਮਰਥਨ ਕਰਦਾ ਰਿਹਾ ਹੈ। ਉਹਨਾਂ ਦਾ ਬੇਟਾ ਗੁਰਪ੍ਰਤਾਪ ਮਾਨ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਮੈਂਬਰ ਹੈ। ਭੁਪਿੰਦਰ ਸਿੰਘ ਮਾਨ ਨੂੰ 1990 ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਖੇਤੀਬਾੜੀ ਮੰਤਰੀ ਤੋਮਰ ਨੂੰ ਲਿਖੀ ਚਿੱਠੀ ਵਿੱਚ ਮਾਨ ਨੇ ਖੇਤੀ ਕਾਨੂੰਨਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ, ਪਰ ਕਿਹਾ ਕਿ ਇਹਨਾਂ ਵਿੱਚ ਕੁਝ ਸੋਧਾਂ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਹ ਇੱਕ ਲਿਖਤੀ ਭਰੋਸਾ ਵੀ ਚਾਹੁੰਦਾ ਹੈ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਖਤਮ ਨਹੀਂ ਕਰੇਗੀ, ਜੋ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਇੱਕ ਮੁੱਖ ਮੰਗ ਹੈ, ਪਰ ਕਿਸਾਨ ਇਸ ਤੇ ਕਾਨੂੰਨ ਚਾਹੁੰਦੇ ਹਨ। ਇੱਕ ਹੋਰ ਕਮੇਟੀ ਮੈਂਬਰ ਅਨਿਲ ਘਨਵਤ ਕਿਸਾਨ ਆਗੂ ਹੈ। ਘਨਵਤ ਮਹਾਰਾਸ਼ਟਰ ਸਥਿਤ ਖੇਤਕਾਰੀ ਸੰਗਠਨ ਦਾ ਪ੍ਰਧਾਨ ਹੈ। ਸੰਸਥਾ ਦੀ ਸਥਾਪਨਾ ਮਸ਼ਹੂਰ ਖੇਤੀ ਆਗੂ ਸ਼ਰਦ ਜੋਸ਼ੀ ਨੇ ਕੀਤੀ ਸੀ। ਕਿਸਾਨ ਸੰਗਠਨ ਪ੍ਰਮੁੱਖ ਕਿਸਾਨ ਸੰਗਠਨਾਂ ਵਿੱਚੋਂ ਇੱਕ ਹੈ ਜੋ ਸਰਕਾਰ ਦੇ 3 ਫਾਰਮ ਕਾਨੂੰਨਾਂ ਤੇ ਪੂਰੀ ਤਰ੍ਹਾਂ ਹਮਾਇਤ ਕਰਦਾ ਹੈ। ਉਹਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਨਾ ਤਾਂ ਹਮਾਇਤ ਕਰਨਗੇ ਅਤੇ ਨਾ ਹੀ ਚੱਲ ਰਹੇ ਵਿਰੋਧ 'ਚ ਹਿੱਸਾ ਲੈਣਗੇ। BKU ਮਾਨ ਦੇ ਨਾਲ-ਨਾਲ ਕਿਸਾਨ ਸੰਗਠਨ ਖੇਤਕਾਰੀ ਸੰਗਠਨ ਦੇ ਮੈਂਬਰਾਂ ਨੇ ਕਾਨੂੰਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਰ ਕਰਨ ਲਈ ਪਿਛਲੇ ਮਹੀਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਹੀ ਉਹਨਾਂ ਨੇ ਇੱਕ ਮੰਗ ਪੱਤਰ ਸੌਂਪਿਆ ਸੀ, ਜਿਸ ਵਿੱਚ ਕਾਨੂੰਨ ਦੀ ਪ੍ਰਸ਼ੰਸਾ ਕੀਤੀ ਗਈ, ਪਰ ਕੁਝ ਭਰੋਸੇ ਦੀ ਮੰਗ ਕੀਤੀ ਗਈ। ਸੰਗਠਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਸਰਕਾਰ ਦੁਆਰਾ ਕਾਨੂੰਨ ਦੀ ਕਿਸੇ ਵੀ ਵਾਪਸੀ ਵਿਰੁੱਧ ਨਹੀਂ ਹਨ। ਇਸ 4 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਪ੍ਰੋਫੈਸਰ ਅਸ਼ੋਕ ਗੁਲਾਟੀ ਬਾਰੇ ਵੀ ਜਰਾ ਚੰਗੀ ਤਰ੍ਹਾਂ ਜਾਣ ਲੈਂਦੇ ਹਾਂ। ਮਸ਼ਹੂਰ ਖੇਤੀਬਾੜੀ ਅਰਥ ਸ਼ਾਸਤਰੀ ਅਸ਼ੋਕ ਗੁਲਾਟੀ ਖੇਤੀਬਾੜੀ ਲਾਗਤ ਅਤੇ ਕੀਮਤਾਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਹਨ, ਜੋ ਕਿ ਸਰਕਾਰੀ ਸਲਾਹਕਾਰ ਸੰਸਥਾ ਹੈ ਜੋ ਕੀਮਤਾਂ ਦੀਆਂ ਨੀਤੀਆਂ ਬਣਾਉਣ ਲਈ ਜ਼ਿੰਮੇਵਾਰ ਹੈ। ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਅਧੀਨ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਸਭ ਤੋਂ ਘੱਟ ਉਮਰ ਦੇ ਮੈਂਬਰਾਂ ਵਿੱਚੋਂ ਇੱਕ ਸਨ। ਉਹ ICICI ਬੈਂਕਿੰਗ ਕਾਰਪੋਰੇਸ਼ਨ ਅਤੇ ਐਗਰੀਕਲਚਰ ਵਿੱਤ ਕਾਰਪੋਰੇਸ਼ਨ ਦੇ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਹਨ। ਫਿਲਹਾਲ ਉਹ ਇੰਡੀਅਨ ਕਾਉਂਸਲ ਫਾਰ ਰਿਸਰਚ ਐਂਡ ਇੰਟਰਨੈਸ਼ਨਲ ਆਰਥਿਕ ਸਬੰਧਾਂ ਵਿੱਚ ਖੇਤੀਬਾੜੀ ਲਈ ਇਨਫੋਸਿਸ ਚੇਅਰ ਪ੍ਰੋਫੈਸਰ ਹਨ। ਗੁਲਾਟੀ ਨੂੰ 2015 ਵਿੱਚ ਪਦਮ ਸ਼੍ਰੀ ਚੌਥਾ ਸਭ ਤੋਂ ਵੱਡਾ ਭਾਰਤੀ ਨਾਗਰਿਕ ਪੁਰਸਕਾਰ ਦਿੱਤਾ ਗਿਆ ਸੀ। ਗੁਲਾਟੀ ਖੇਤੀ ਕਾਨੂੰਨ ਸੁਧਾਰਾਂ ਦੇ ਸਖਤ ਪੱਖਕਾਰ ਹਨ ਅਤੇ ਉਸਨੇ ਮੋਦੀ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਦੀ ਜੰਮ ਕੇ ਹਮਾਇਤ ਕੀਤੀ ਹੈ। ਅਗਲਾ ਨਾਮ ਪ੍ਰਮੋਦ ਕੁਮਾਰ ਜੋਸ਼ੀ। ਖੇਤੀਬਾੜੀ ਖੋਜ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਨਾਮ ਜੋਸ਼ੀ ਇਸ ਤੋਂ ਪਹਿਲਾਂ ਕੌਮਾਂਤਰੀ ਖੁਰਾਕ ਨੀਤੀ ਖੋਜ ਸੰਸਥਾਨ ਵਿੱਚ ਦੱਖਣੀ ਏਸ਼ੀਆ ਦੇ ਨਿਰਦੇਸ਼ਕ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਹੈਦਰਾਬਾਦ ਸਥਿਤ ਨੈਸ਼ਨਲ ਅਕੈਡਮੀ ਆਫ ਐਗਰੀਕਲਚਰ ਰਿਸਰਚ ਮੈਨੇਜਮੈਂਟ ਅਤੇ ਨਵੀਂ ਦਿੱਲੀ ਸਥਿਤ ਨੈਸ਼ਨਲ ਸੈਂਟਰ ਫਾਰ ਐਗਰੀਕਲਚਰ ਇਕਨੋਮਿਕਸ ਐਂਡ ਪਾਲਿਸੀ ਰਿਸਰਚ ਵਿੱਚ ਡਾਇਰੈਕਟਰ ਦੇ ਅਹੁਦੇ ਵੀ ਸੰਭਾਲ ਚੁੱਕੇ ਹਨ। ਉਸਨੇ ਹੈਦਰਾਬਾਦ ਦੇ ਪਟੇਨਚੇਰੂ ਵਿਖੇ ਅਰਧ ਸੁੱਕਾ ਟ੍ਰੋਪਿਕਸ ਲਈ ਅੰਤਰੀ ਰਾਸ਼ਟਰੀ ਫਸਲ ਰਿਸਰਚ ਇੰਸਟੀਚਿਊਟ ਵਿੱਚ ਸੀਨੀਅਰ ਅਰਥ ਸ਼ਾਸਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ। ਇਹਨਾਂ ਕਾਨੂੰਨਾਂ ਦੀ ਉਹ ਖੁੱਲ੍ਹ ਕੇ ਹਮਾਇਤ ਕਰਦੇ ਰਹੇ ਹਨ। ਇਹਨਾਂ ਕਾਨੂੰਨਾਂ ਦੇ ਉਹ ਖੁੱਲ੍ਹ ਕੇ ਪੱਖ ਵਿੱਚ ਹਨ। ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਮੇਟੀ ਦੇ ਚਾਰੇ ਮੈਂਬਰ ਕਿਸ ਪੱਧਰ ਤੱਕ ਇਹਨਾਂ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ। ਇੱਕ ਵਾਰ ਜਰਾ ਇਹਨਾਂ ਵੱਲੋਂ ਪਿਛਲੇ ਦਿਨੀ ਜਾਰੀ ਬਿਆਨਾਂ ਤੇ ਵੀ ਨਜ਼ਰ ਮਾਰ ਲਈਏ। ਭੁਪਿੰਦਰ ਸਿੰਘ ਮਾਨ ਦਾ ਕੀ ਕਹਿਣਾ ਹੈ? ਭੁਪਿੰਦਰ ਸਿੰਘ ਮਾਨ ਕਹਿੰਦੇ ਹਨ ਕਿ ਖੇਤੀਬਾੜੀ ਵਿੱਚ ਪ੍ਰਤੀਯੋਗਤਾ ਬਣਾਉਣ ਲਈ ਸੁਧਾਰਾਂ ਦੀ ਬਹੁਤ ਲੋੜ ਹੈ, ਸੋ ਮੌਜੂਦਾ ਕਾਨੂੰਨ ਬਹੁਤ ਵਧੀਆ ਹਨ। ਦੂਜਾ ਨਾਮ ਅਨਿਲ ਗਨਵਤ ਦੇ ਵਿਚਾਰ ਸੁਣੋ। ਅਨਿਲ ਗਨਵਤ ਦਾ ਕਹਿਣਾ ਹੈ ਕਿ ਕਾਨੂੰਨਾਂ ਨੂੰ ਵਾਪਸ ਲੈਣ ਦੀ ਲੋੜ ਨਹੀਂ, ਇਹਨਾਂ ਨਾਲ ਕਿਸਾਨਾਂ ਲਈ ਮੌਕੇ ਪੈਦਾ ਹੋਏ ਹਨ। ਅਸ਼ੋਕ ਗੁਲਾਟੀ ਦੇ ਵਿਚਾਰ ਤੁਸੀਂ ਸੁਣ ਹੀ ਚੁੱਕੇ ਹੋ, ਇੱਕ ਵਾਰ ਫਿਰ ਸੁਣੋ। ਕਾਨੂੰਨਾਂ ਦਾ ਮਕਸਦ ਕਿਸਾਨਾਂ ਲਈ ਆਪਣੀ ਫਸਲ ਨੂੰ
ਵੇਚਣ ਅਤੇ ਖਰੀਦਣ ਅਤੇ ਸਟੋਰ ਕਰਨ ਲਈ ਬਹੁਤ ਸਾਰੇ ਰਾਹ ਖੋਲ੍ਹਣਾ ਹੈ, ਜਿਸ ਨਾਲ ਐਗਰੀਕਲਚਰ ਮਾਰਕੀਟਿੰਗ ਵਿੱਚ ਪ੍ਰਤੀਯੋਗਤਾ ਵਿੱਚ ਇਜ਼ਾਫਾ ਹੋਵੇਗਾ। ਅਗਲਾ ਨਾਮ ਡਾਕਟਰ ਪੀਕੇ ਜੋਸ਼ੀ ਦੇ ਵਿਚਾਰ ਸੁਣੋ। ਖੇਤੀ ਕਾਨੂੰਨਾਂ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਖੇਤੀਬਾੜੀ ਨੂੰ ਉੱਭਰਦੇ ਕੌਮਾਂਤਰੀ ਮੌਕਿਆਂ ਤੋਂ ਵਾਂਝਾ ਕਰੇਗਾ। ਸੋ ਇਹ ਚਾਰੇ ਖੁੱਲ੍ਹ ਕੇ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ ਤੇ ਫਿਲਹਾਲ ਸੁਪਰੀਮ ਕੋਰਟ ਵੱਲੋਂ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਖੇਤੀ ਕਾਨੂੰਨਾਂ ਤੇ ਜਾਰੀ ਰੇੜਕੇ ਦਰਮਿਆਨ ਇਹ ਕਿਸਾਨ ਜਥੇਬੰਦੀਆਂ ਤੇ ਕੇਂਦਰ ਨਾਲ ਗੱਲਬਾਤ ਕਰਨ ਤੇ ਆਪਣੀ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪਣ। ਇਹ ਕਿਹੋ ਜਿਹੀ ਰਿਪੋਰਟ ਸੌਂਪਣਗੇ, ਇਸ ਦਾ ਅੰਦਾਜ਼ਾ ਤੁਸੀਂ ਇਹਨਾਂ ਦੀ ਵਿਚਾਰਧਾਰਾ ਨੂੰ ਵੇਖ ਪੜ੍ਹ ਸੁਣ ਕੇ ਵਿਚਾਰ ਸਕਦੇ ਹੋ। ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ ਕਿ ਅਗਲੇ 10 ਦਿਨਾਂ ਵਿੱਚ ਇਹ ਕਮੇਟੀ ਆਪਣਾ ਕੰਮਕਾਜ ਸ਼ੁਰੂ ਕਰ ਦੇਵੇ ਅਤੇ 2 ਮਹੀਨਿਆਂ ਦੇ ਅੰਦਰ ਸੁਪਰੀਮ ਕੋਰਟ ਵਿੱਚ ਆਪਣੀ ਰਿਪੋਰਟ ਦਾਖਲ ਕਰੇ। 8 ਹਫ਼ਤਿਆਂ ਬਾਅਦ ਸੁਪਰੀਮ ਕੋਰਟ ਇਸ ਮਾਮਲੇ ਤੇ ਮੁੜ ਸੁਣਵਾਈ ਕਰੇਗਾ। ਹਾਲਾਂਕਿ ਇੱਕ ਹੋਰ ਟਿੱਪਣੀ ਵੀ ਇਸ ਦਰਮਿਆਨ ਅਹਿਮ ਹੈ ਜੋ ਸੁਪਰੀਮ ਕੋਰਟ ਨੇ 12 ਜਨਵਰੀ ਦੀ ਸੁਣਵਾਈ ਦੌਰਾਨ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਮੇਟੀ ਬਣਾਉਣ ਦਾ ਉਸ ਨੂੰ ਪੂਰਾ ਹੱਕ ਹੈ। ਇਹ ਕਮੇਟੀ ਉਹ ਕਿਸੇ ਹੋਰ ਲਈ ਨਹੀਂ ਬਲਕਿ ਆਪਣੇ ਲਈ ਬਣਾ ਰਹੇ ਹਨ। ਫਿਲਹਾਲ ਇਹ ਕਮੇਟੀ ਕਿਹੋ ਜਿਹੀ ਰਿਪੋਰਟ ਦੇਵੇਗੀ, ਇਸ ਦਾ ਅੰਦਾਜ਼ਾ ਤੁਸੀਂ ਲਗਾ ਹੀ ਸਕਦੇ ਹੋ। ਉੱਪਰ ਵੇਖ ਹੀ ਚੁੱਕੇ ਹੋ ਕਿ ਕਿਸ ਤਰ੍ਹਾਂ ਦੀ ਪਿਛੋਕੜ ਦੇ ਮੈਂਬਰ ਹਨ ਅਤੇ ਕਿਹੋ ਜਿਹੀ ਰਿਪੋਰਟ ਸੁਪਰੀਮ ਕੋਰਟ ਵਿੱਚ ਉਹ ਪੇਸ਼ ਕਰਨਗੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।